ਕੌਣ ਬਣੇਗਾ ਕਰੋੜਪਤੀ 'ਚ ਜਾਣ ਲਈ ਤੁਹਾਨੂੰ ਕਿਹਨੇ ਮਤਲਬ ਪ੍ਰੇਰਿਤ ਕੀਤਾ ਸੀਗਾ ਕਿ ਉੱਥੇ ਜਾਣਾ ਹੈ ਤੇ ਜਾ ਕੇ ਕੁਝ ਕਰਕੇ ਆਉਣਾ? ਕਿੰਨੀਆਂ ਕੁ ਲਾਈਫ ਲਾਈਨਾਂ ਫਿਰ ਤੁਸੀਂ ਯੂਜ਼ ਕੀਤੀਆਂ? 75 ਲੱਖ ਤੱਕ ਮੇਰੇ ਕੋਲ ਇੱਕ ਲਾਈਫਲਾਈਨ ਪਈ ਹੋਈ ਸੀਗੀ ਤੇ ਬਾਕੀ ਮੈਂ 3 ਯੂਜ਼ ਕਰ ਲਈਆਂ ਸੀਗੀ। ਇੱਕ ਇਹੋ ਜਿਹਾ ਇਮੋਸ਼ਨਲ ਸੀਨ ਵੀ ਜਿਹੜਾ ਆਇਆ ਸੀ ਕਿ ਇਸ ਬੱਚੀ ਨੇ ਅਮਿਤਾਭ ਬੱਚਨ ਤੱਕ ਨੂੰ ਰਵਾਤਾ ਸੀ, ਕਿਉਂ ਰਵਾਇਆ ਸੀ, ਕਾਰਨ ਦੱਸੋ। ਪੇਰੈਂਟਸ ਨਾਲ ਹੀ ਮੌਜੂਦ ਸੀਗੇ ਉਸ ਟਾਈਮ? ਹਾਂਜੀ, ਬਟ ਉਹ ਬੈਕ ਸਾਈਡ ਤੇ ਸੀ, ਬੰਦਾ ਇਸ਼ਾਰੇ ਵੀ ਨਹੀਂ ਕਰ ਸਕਦਾ। ਸਾਰੇ ਇਹਦੇ ਵਾਈਜ਼ ਡਿਸੀਜਨ ਸੀਗੇ, ਆਪ ਇਹਨੇ ਸੋਚ ਕੇ ਡਿਸੀਜਨ ਲਏ ਕਿਸ ਟਾਈਮ ਦੇ ਉੱਪਰ ਇਹਨੇ ਕਿਹੜੀ ਲਾਈਫਲਾਈਨ ਯੂਜ਼ ਕਰਨੀ ਹੈ, ਉਹਨੇ ਪਰਫੈਕਟਲੀ ਕੀਤੀਆਂ। ਔਰ ਜਦੋਂ ਇਹਨੂੰ ਲੱਗਿਆ ਕਿ ਹੁਣ ਹੱਥ 'ਚੋਂ ਬਾਹਰ ਹੈ ਗੇਮ, ਉੱਥੇ ਇਹਨੇ ਬਹੁਤ ਵਧੀਆ ਡਿਸੀਜਨ ਲੈ ਕੇ ਗੇਮ ਨੂੰ ਕੁਇਟ ਕਰਕੇ ਵਾਪਸ ਆਈ। ਫਾਦਰ ਦੀ ਰਿਸਪੌਂਸਿਬਿਲਿਟੀਜ਼ ਹੁੰਦੀ ਆਪਣੀ ਬੱਚੀ ਵਾਸਤੇ, ਆਪਣੀ ਡਾਟਰ ਵਾਸਤੇ, ਉਹ ਇਹਨੇ ਇੰਨੀ ਘੱਟ ਉਮਰ ਦੇ ਵਿੱਚ ਹੀ ਮੇਰੇ ਨਾਲ ਸ਼ੇਅਰ ਕਰ ਲਈਆਂ। ਔਰ ਜਦੋਂ ਫਿਰ ਇਸ ਵਾਰੀ KBC ਸਟਾਰਟ ਹੋਇਆ, ਬਟ ਮੈਂ ਫਾਸਟੈਸਟ ਫਿੰਗਰ ਫਸਟ ਵਾਸਤੇ ਨਹੀਂ ਸਿਲੈਕਟ ਹੋ ਪਾਇਆ। ਲੱਕੀਲੀ ਉਦੋਂ ਫਿਰ ਜੂਨੀਅਰ ਲਾਂਚ ਹੋ ਗਿਆ। ਮੇਰੇ ਲਈ ਸਭ ਤੋਂ ਵਧੀਆ ਮੇਰਾ ਦੋਸਤ ਮੇਰੀ ਬੇਟੀ ਹੀ ਇਹ ਸੀਗੀ ਕਿ ਚੱਲ ਬਈ ਹੁਣ ਤੂੰ ਤਿਆਰ ਹੋ ਜਾ। ਅਸੀਂ ਸਾਹਮਣੇ ਦੇਖ ਰਹੇ ਸੀ ਸਾਰਾ ਕੁਝ। ਅਸੀਂ ਜੋ ਪਹਿਲੇ ਸੋਚ ਕੇ ਗਏ ਸੀ ਕਿ ਅਸੀਂ ਹੌਟ ਸੀਟ ਤੱਕ ਪਹੁੰਚਣਾ ਹੈ। ਪ੍ਰਾਈਜ਼ ਮਨੀ ਸਾਡੇ ਲਈ ਉਸ ਵੇਲੇ ਮੈਟਰ ਨਹੀਂ ਕਰਦੀ ਸੀ। ਔਰ ਕੁਐਸਚਨਸ ਮੈਂ ਆਪ ਸਿਲੈਕਟ ਕਰਦਾ ਹੁੰਦਾ ਸੀ ਕਿ ਕਿਹੜੇ ਕੁਐਸਚਨਸ ਆ ਸਕਦੇ ਆ, ਉਹ ਮੈਂ ਰਾਤ ਨੂੰ ਤਿਆਰ ਕਰਦਾ ਸੀਗਾ ਇਹਦੇ ਸੌਣ ਤੋਂ ਬਾਅਦ। ਉਹ ਫਿਰ ਇਹਨੂੰ ਮਾਰਨਿੰਗ ਵਿੱਚ ਇਹਨੂੰ ਇਹਦੇ ਫੋਨ ਦੇ ਉੱਪਰ ਦੇ ਦੇਣੇ ਕਿ ਬੇਟਾ ਆਹ ਚੀਜ਼ਾਂ ਆਪਾਂ ਤਿਆਰ ਕਰਨੀਆਂ ਅੱਜ। ਧੀਆਂ ਦੇ ਬੈਸਟ ਫਰੈਂਡ ਪਾਪਾ ਹੀ ਹੁੰਦੇ ਨੇ। ਹਾਂਜੀ, ਉਹ ਤਾਂ ਫਿਰ ਸਾਰਿਆਂ ਦੇ ਹੁੰਦੇ ਨੇ। ਅੱਛਾ, ਇਹਨਾਂ ਦੇ ਨਾਲ ਆਰਾਮ ਨਾਲ ਡਾਂਟ ਵੀ ਇਹਨਾਂ ਦੀ ਖਾ ਲਈਦੀ ਆ, ਪਰ ਫਿਰ ਇਹਨਾਂ ਦੇ ਸਾਹਮਣੇ ਰੋ ਲਈਦਾ ਤਾਂ ਕਿ ਫਿਰ ਚੁੱਪ ਵੀ ਆਹੀ ਕਰਾਉਂਦੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ TV ਤੇ ਮੈਂ ਹਾਂ ਮਨਪ੍ਰੀਤ ਕੌਰ। ਅੱਜ ਤੁਹਾਨੂੰ ਜਲੰਧਰ ਸ਼ਹਿਰ ਦੀ ਇੱਕ ਹੋਣਹਾਰ ਬੱਚੀ ਦੇ ਨਾਲ ਮਿਲਵਾਉਣ ਜਾ ਰਹੇ ਹਾਂ, ਜਿਸ ਨੇ ਮਹਿਜ਼ 14 ਸਾਲ ਦੀ ਉਮਰ ਦੇ ਵਿੱਚ ਆਪਣੇ ਸ਼ਹਿਰ ਦਾ ਤੇ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕੀਤਾ ਹੈ। ਨਾਮ ਹੈ ਜਪਸਿਮਰਨ, ਜਿਸ ਦੇ ਵੱਲੋਂ ਕਿ ਟੈਲੀਵਿਜ਼ਨ ਕੁਇਜ਼ ਕੰਪੀਟੀਸ਼ਨ ਕੌਣ ਬਣੇਗਾ ਕਰੋੜਪਤੀ ਜੂਨੀਅਰ ਦੇ ਵਿੱਚ 50 ਲੱਖ ਪੁਆਇੰਟ ਜਿਹੜੇ ਨੇ ਹਾਸਲ ਕੀਤੇ ਨੇ ਤੇ ਇਹਨਾਂ 50 ਲੱਖ ਪੁਆਇੰਟਸ ਨੂੰ ਹੁਣ ਕੈਸ਼ ਦੇ ਵਿੱਚ ਤਬਦੀਲ ਕੀਤਾ ਜਾਏਗਾ ਤੇ ਜਦੋਂ ਜਪਸਿਮਰਨ 18 ਸਾਲ ਦੀ ਹੋਵੇਗੀ ਤਾਂ ਉਸ ਨੂੰ ਇਹ ਕੈਸ਼ ਦਿੱਤਾ ਜਾਵੇਗਾ। ਤਾਂ ਛੋਟੀ ਜਿਹੀ ਉਮਰ ਦੇ ਵਿੱਚ ਹੀ ਬੱਚੇ ਨੇ ਵੱਡਾ ਨਾਮ ਬਣਾਇਆ ਹੈ, ਮਾਂ-ਬਾਪ ਦਾ, ਸ਼ਹਿਰ ਵਾਸੀਆਂ ਦਾ ਨਾਮ ਜਿਹੜਾ ਇੰਡੀਆ ਲੈਵਲ ਤੇ ਰਿਪਰੈਜ਼ੈਂਟ ਕੀਤਾ ਹੈ। ਜਪਸਿਮਰਨ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਤੁਹਾਡਾ? ਮੈਂ ਵਧੀਆ। ਤਾਂ ਜਪਸਿਮਰਨ, ਕੰਗ੍ਰੈਚੁਲੇਸ਼ਨਸ। ਕਿੱਦਾਂ ਦਾ ਮਹਿਸੂਸ ਹੋ ਰਿਹਾ? ਬਹੁਤ ਵਧੀਆ ਮਹਿਸੂਸ ਹੋ ਰਿਹਾ। ਆਪਣੇ ਪੂਰੇ ਪੰਜਾਬ ਨੂੰ ਪ੍ਰਾਊਡ ਫੀਲ ਕਰਵਾਇਆ, ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਾਇਆ, ਪੂਰੇ ਇੰਡੀਆ ਨੂੰ ਪ੍ਰਾਊਡ ਫੀਲ ਕਰਾਇਆ ਤੇ ਵਧੀਆ ਲੱਗ ਰਿਹਾ ਬਹੁਤ। ਕਿਹੜੇ ਸਕੂਲ ਦੇ ਸਟੂਡੈਂਟ ਹੋ ਤੁਸੀਂ? ਮੈਂ ਕੇਂਦਰੀ ਵਿਦਿਆਲਿਆ ਸੂਰਾਨੂਸੀ ਦੀ ਸਟੂਡੈਂਟ ਹਾਂ। ਤੇ ਕੌਣ ਬਣੇਗਾ ਕਰੋੜਪਤੀ 'ਚ ਜਾਣ ਲਈ ਤੁਹਾਨੂੰ ਕਿਹਨੇ ਮਤਲਬ ਪ੍ਰੇਰਿਤ ਕੀਤਾ ਸੀਗਾ? ਕਿਵੇਂ ਤੁਹਾਨੂੰ ਪਤਾ ਲੱਗਾ ਕਿ ਉੱਥੇ ਜਾਣਾ ਹੈ ਤੇ ਜਾ ਕੇ ਕੁਝ ਕਰਕੇ ਆਉਣਾ ਹੈ? ਪਹਿਲਾਂ ਤਾਂ ਜਿਵੇਂ ਮਤਲਬ ਜਨਰਲ ਨੌਲੇਜ ਵਗੈਰਾ 'ਚ ਉੱਦਾਂ ਵੀ ਇੰਟਰਸਟ ਰਹਿੰਦਾ ਸੀਗਾ ਕਿ ਮਤਲਬ ਨੌਲੇਜ ਮਿਲ ਰਹੀ ਹੈ, ਲੈਂਦੇ ਰਹੋ। ਤੇ ਫਿਰ ਇਸ ਸਾਲ ਪਾਪਾ ਨੇ ਵੀ ਟਰਾਈ ਕੀਤਾ ਕਿ ਉਹ ਮਤਲਬ ਕਰਨ। ਉਹ ਆਡੀਸ਼ਨ ਰਾਊਂਡ ਤੱਕ ਪਹੁੰਚ ਵੀ ਗਏ ਸੀਗੇ, ਪਰ ਫਿਰ ਉਹਨਾਂ ਦਾ ਅੱਗੇ ਨਹੀਂ ਹੋ ਪਾਇਆ। ਤੇ ਨਾਲ ਹੀ ਜੂਨੀਅਰਸ ਦੇ ਅੱਗੇ, ਤੇ ਜੂਨੀਅਰਸ ਦੇ ਵਿੱਚ ਮੇਰਾ ਵੀ ਮਨ ਹੈ ਚਲੋ ਟਰਾਈ ਕਰ ਲੈਂਦੇ ਆ। ਫਿਰ ਮੈਂ ਵੀ ਟਰਾਈ ਕਰ ਲਿਆ ਤੇ ਟਰਾਈ ਕਰਨ ਤੋਂ ਬਾਅਦ ਲੱਕੀਲੀ ਮੇਰਾ ਚਾਂਸ ਵੀ ਆ ਗਿਆ ਤੇ ਮੈਂ ਹੌਟ ਸੀਟ ਤੇ ਆ ਗਈ। ਹੌਟ ਸੀਟ ਤੇ? ਹਾਂਜੀ। ਤਾਂ ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਕੋਈ ਸਵਾਲ ਇੱਦਾਂ ਦੇ ਪੁੱਛੇ ਗਏ ਤੁਹਾਨੂੰ ਜਿਨ੍ਹਾਂ 'ਚ ਤੁਹਾਨੂੰ ਲੱਗਾ ਕਿ ਡਾਊਟਫੁਲ ਸੀਗੇ ਕਿ ਹਾਂ ਮੈਂ ਇਹਨਾਂ ਦਾ ਜਵਾਬ ਨਹੀਂ ਦੇ ਪਾਵਾਂਗੀ ਜਾਂ ਕੋਈ ਪ੍ਰੋਬਲਮ ਹੋਈ ਹੋਵੇ? ਐਕਸਪੀਰੀਅੰਸ ਤੇ ਬਹੁਤ ਵਧੀਆ ਰਿਹਾ ਤੇ ਡਾਊਟਸ ਵੀ ਸੀਗੇ ਕੁਐਸਚਨਸ ਦੇ ਵਿੱਚ ਕਿ ਮਤਲਬ ਆਨਸਰ ਨਹੀਂ ਦੇ ਪਾਵਾਂਗੀ, ਲੇਕਿਨ ਫਿਰ ਮਤਲਬ ਮਾਈਂਡ 'ਚ ਸੀਗਾ ਕਿ ਹਲਕਾ ਜਿਹਾ ਕਿ ਹਾਂ ਇਹਦਾ ਆਨਸਰ ਆ ਹੋ ਸਕਦਾ ਸੀ। ਜਿਹਦੇ ਵਿੱਚ ਡਾਊਟ ਜ਼ਿਆਦਾ ਹੁੰਦਾ ਸੀ ਉਹਦੇ ਵਿੱਚ ਥੋੜ੍ਹਾ ਸੋਚਦੀ ਸੀ ਤੇ ਫਿਰ ਆਨਸਰ ਕਰਦੀ ਸੀਗੀ। ਤੇ ਜਿਹੜਾ ਬਿਲਕੁਲ ਹੀ ਨਹੀਂ ਆਉਂਦਾ ਸੀ ਉਹਦੇ 'ਤੇ ਫਿਰ ਲਾਈਫਲਾਈਨ 'ਤੇ ਸੀਗੀ, ਉਹਦਾ ਯੂਜ਼ ਕੀਤਾ ਸੀ। ਤਾਂ ਕਿੰਨੀਆਂ ਕੁ ਲਾਈਫ ਲਾਈਨਾਂ ਫਿਰ ਤੁਸੀਂ ਯੂਜ਼ ਕੀਤੀਆਂ ਉੱਥੇ? 75 ਲੱਖ ਤੱਕ ਮੇਰੇ ਕੋਲ ਇੱਕ ਲਾਈਫਲਾਈਨ ਪਈ ਹੋਈ ਸੀਗੀ ਤੇ ਬਾਕੀ ਮੈਂ 3 ਯੂਜ਼ ਕਰ ਲਈਆਂ ਸੀਗੀਆਂ। 3 ਯੂਜ਼ ਕਰ ਲਈਆਂ, ਹੈ ਨਾ? ਤੇ ਅਮਿਤਾਭ ਬੱਚਨ ਨੂੰ ਜਦੋਂ ਤੁਸੀਂ ਮਿਲੇ ਹੋ ਫਸਟ, ਮਤਲਬ ਪਹਿਲੀ ਵਾਰ ਜਦੋਂ ਤੁਸੀਂ ਉਹਨਾਂ ਨੂੰ ਦੇਖਿਆ ਤਾਂ ਕਿੱਦਾਂ ਦਾ ਮਹਿਸੂਸ ਹੋਇਆ? ਮਨ ਦੇ ਵਿੱਚ ਸੀਗਾ, ਖੁਸ਼ੀ ਹੋਈ ਸੀ ਤੁਹਾਨੂੰ, ਨਰਵਸ ਹੋਏ ਸੀ ਥੋੜ੍ਹੇ ਬਹੁਤੇ? ਮਤਲਬ ਜਦੋਂ ਫਾਸਟੈਸਟ ਫਿੰਗਰ ਫਸਟ ਹੋ ਗਿਆ ਸੀ ਤੇ ਮੈਂ ਕੰਬ ਰਹੀ ਸੀਗੀ ਤੇ ਸਾਰਿਆਂ ਨੇ ਮੈਨੂੰ ਪਾਣੀ ਵਗੈਰਾ ਪਿਲਾਇਆ। ਫਿਰ ਆਪਾਂ ਹੌਟ ਸੀਟ 'ਤੇ ਜਦੋਂ ਗਏ, ABC ਸਾਹਮਣੇ ਸੀ, ਮਤਲਬ ਇੰਨੇ ਵੱਡੇ ਸਟਾਰ ਦੇ ਸਾਹਮਣੇ ਬਹਿਣਾ, ਫਿਰ ਨਰਵਸਨੈਸ ਤਾਂ ਹੁੰਦੀ ਹੈ ਜਿੱਦਾਂ।
ਤੇ ਪਰ ਫਿਰ ਜਦੋਂ ਸਰ ਨੇ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ ਆਪਾਂ ਵੀ ਫਿਰ ਮਾਹੌਲ ਦੇ ਨਾਲ ਰਲ ਮਿਲ ਗਏ ਤੇ ਸਾਰਾ ਕੁਝ ਵਧੀਆ ਹੋ ਗਿਆ ਤੇ ਬਾਅਦ 'ਚ ਨਰਵਸਨੈਸ ਤਾਂ ਪਤਾ ਨਹੀਂ ਕਿੱਥੇ ਚਲੀ ਗਈ ਸੀ। ਪੰਜਾਬੀਆਂ 'ਚ ਨਰਵਸਨੈਸ ਤਾਂ ਵੈਸੇ ਨਾਮ ਦੀ ਚੀਜ਼ ਹੁੰਦੀ ਨਹੀਂ ਹੈਗੀ। ਹਾਂਜੀ ਹੁੰਦੀ ਤਾਂ ਨਹੀਂ, ਪਰ ਪਹਿਲੀ ਵਾਰ ਵੱਡੇ ਸਟੇਜ ਤੇ ਜਾਣਾ ਸੀ, ਟੀਵੀ ਤੇ ਆਣਾ ਸੀਗਾ ਤੇ ਹਲਕਾ ਜਿਹਾ ਸੀਗਾ, ਬਟ ਉਹ ਵੀ ਬਸ ਚਲੀ ਗਈ ਕਿਤੇ। ਇਹ ਮਤਲਬ ਅਮਿਤਾਭ ਬੱਚਨ ਨੂੰ ਵੀ ਰਵਾ ਕੇ ਆ ਗਿਆ ਆਪਾਂ ਨਾ। ਨਹੀਂ ਮਤਲਬ ਰਵਾਏ ਨਹੀਂ, ਹਲਕਾ ਜਿਹਾ ਤੰਗ ਕੀਤਾ ਸੀ ਬਸ। ਬਾਕੀ ਉਹਨਾਂ ਨਾਲ ਮਿਲ ਕੇ ਸੱਚੀ ਬਹੁਤ ਵਧੀਆ ਲੱਗਾ। ਉਹ ਇੰਨੀ ਵੱਡੀ ਪਰਸਨੈਲਿਟੀ ਨੇ ਬਟ ਉਹ ਸ਼ੋਅ ਨਹੀਂ ਕਰਦੇ ਤੇ ਉਹਨਾਂ ਦਾ ਵੇ ਆਫ ਟਾਕਿੰਗ ਵੀ ਬਹੁਤ ਜ਼ਿਆਦਾ ਵਧੀਆ। ਉਹ ਤੁਹਾਨੂੰ ਅਨਕੰਫਰਟੇਬਲ ਤੇ ਫੀਲ ਹੋਣ ਹੀ ਨਹੀਂ ਦਿੰਦੇ ਤੇ ਮੈਂ ਅੱਗੇ ਦੁਆ ਕਰਦੇ ਆ ਕਿ ਮੈਂ ਹੋਰ ਵਧੀਆ ਕਰਾਂ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਉਹਨਾਂ ਦੀਆਂ ਕਰਾਂ। ਮੂਵੀਜ਼ ਆਈਆਂ ਸੀ, ਭੂਤਨਾਥ ਆਈ ਸੀ ਜਿਹਦੇ ਵਿੱਚ ਉਹ ਬੱਚੇ ਬਣੇ ਹੋਏ ਸੀ। ਉਹ ਕਿਰਦਾਰ ਅਸਲ 'ਚ ਦੇਖਣ ਨੂੰ ਮਿਲਿਆ ਉਹਨਾਂ ਦਾ? ਉਹ ਕਿਰਦਾਰ ਮੂਵੀ 'ਚ ਤਾਂ ਜਿੱਦਾਂ ਸੀਗਾ, ਇਨ ਰਿਐਲਿਟੀ ਉਹਨਾਂ ਦਾ ਸੁਭਾਅ ਜਿਹੜਾ ਬੱਚਿਆਂ ਦੇ ਨਾਲੋਂ ਹੋਰ ਵੀ ਜ਼ਿਆਦਾ ਚੰਗਾ, ਮਤਲਬ ਵੱਡਿਆਂ ਦੇ ਨਾਲੋਂ ਵੱਡੇ ਬਣ ਜਾਂਦੇ ਤੇ ਬੱਚਿਆਂ ਦੇ ਨਾਲੋਂ ਬੱਚੇ ਬਣ ਜਾਂਦੇ ਆ ਤੇ ਉਹਨਾਂ ਦੀ ਇਹ ਜਿਹੜੀ ਕੁਆਲਿਟੀ ਉਹ ਬਹੁਤ ਜ਼ਿਆਦਾ ਚੰਗੀ ਆ। ਇਹੀ ਚੀਜ਼ ਤੁਹਾਨੂੰ ਸਭ ਤੋਂ ਵਧੀਆ ਲੱਗੀ ਕਿ ਕੁਝ ਹੋਰ ਵੀ ਉਹਨਾਂ 'ਚ ਬੜਾ ਅੱਛਾ ਲੱਗਾ ਤੁਹਾਨੂੰ? ਇਹ ਤਾਂ ਸਭ ਤੋਂ ਵਧੀਆ ਚੀਜ਼ ਸੀ ਤੇ ਬਾਕੀ ਉਹਨਾਂ ਦੀ ਹੁੱਡੀ ਸੇ ਨਾਲ ਉਹ ਵੀ ਬਹੁਤ ਵਧੀਆ ਲੱਗਿਆ ਸੀ। ਓਕੇ, ਅੱਛਾ, ਅਮਿਤਾਭ ਬੱਚਨ ਨੂੰ ਤੁਹਾਨੂੰ ਦੱਸ ਦਈਏ ਇਸ ਬੱਚੀ ਨੇ ਇੱਕ ਇਹੋ ਜਿਹਾ ਇਮੋਸ਼ਨਲ ਸੀਨ ਵੀ ਜਿਹੜਾ ਆਇਆ ਸੀ ਕਿ ਇਸ ਬੱਚੀ ਨੇ ਅਮਿਤਾਭ ਬੱਚਨ ਤੱਕ ਨੂੰ ਰਵਾਤਾ ਸੀ। ਕਿਉਂ ਰਵਾਇਆ ਸੀ, ਕਾਰਨ ਦੱਸੋ ਤੁਸੀਂ। ਐਕਚੁਅਲੀ ਨਾ ਸਾਡੀ ਮੇਰੀ ਤੇ ਦਾਦੀ ਮੰਮਾ ਦੀ ਨਾ ਅਟੈਚਮੈਂਟ ਬੜੀ ਤੇ ਸਾਡੀ ਇੱਕ ਵੀਡੀਓ ਸ਼ੂਟ ਕੀਤੀ ਸੀ KBC ਦੀ ਟੀਮ ਨੇ ਆ ਕੇ ਤੇ ਬਸ ਉਹ ਵੀਡੀਓ ਇੰਨੀ ਕੁ ਜ਼ਿਆਦਾ ਇਮੋਸ਼ਨਲ ਹੋ ਗਈ ਬਣੀ ਸੀਗੀ ਕਿ ਮੈਂ ਖੁਦ ਵੀ ਰੋ ਪਈ ਸੀਗੀ ਉਹ ਵੀਡੀਓ ਨੂੰ ਦੇਖ ਕੇ। ਮਤਲਬ ਮੰਨਿਆ ਮੈਂ ਵੀਡੀਓ 'ਚ ਸੀਗੀ ਪਰ ਜਦੋਂ ਸ਼ੂਟ ਹੋਇਆ ਤੇ ਵੀਡੀਓ ਜਦੋਂ ਉਹਨਾਂ ਨੇ ਦਿਖਾਈ ਤੇ ਮੈਂ ਵੀ ਇੰਨੀ ਜ਼ਿਆਦਾ ਇਮੋਸ਼ਨਲ ਹੋ ਗਈ ਸੀ ਤੇ ਮਤਲਬ ਜਿਹੜੇ ਬਾਕੀ ਆਡੀਅנס ਬੈਠੀ ਸੀ ਉਹ ਵੀ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਏ ਸੀਗੇ। EB ਸਰ ਨੂੰ ਵੀ ਮਤਲਬ ਆਪਣੇ ਗ੍ਰੈਂਡਮਾ ਚੇਤਾ ਆ ਗਏ ਸੀਗੇ ਤੇ ਉਹ ਵੀ ਇਮੋਸ਼ਨਲ ਹੋ ਗਏ ਸੀਗੇ। ਤੇ ਇਹ ਕੰਪੀਟੀਸ਼ਨ ਦੀ ਤਿਆਰੀ ਕਿੰਨੇ ਟਾਈਮ ਤੋਂ ਤੁਸੀਂ ਕਰ ਰਹੇ ਸੀਗੇ? ਇਹ 2-3 ਮਹੀਨਿਆਂ ਤੋਂ ਮਤਲਬ ਚੱਲ ਹੀ ਰਹੀ ਸੀਗੀ। ਮਤਲਬ ਉੱਦਾਂ ਵੀ ਪੜ੍ਹਦੇ ਰਹੀਦਾ ਹੈ ਜਨਰਲ ਨੌਲੇਜ ਤੇ ਜਦੋਂ KBC ਦਾ ਪਤਾ ਲੱਗਾ ਸੀ ਤਾਂ ਉਹਦੀ ਵੀ ਤਿਆਰੀ ਕਰਨੀ ਸ਼ੁਰੂ ਕਰਦੀ ਸੀ ਤੇ ਸਕੂਲ ਟੀਚਰਸ ਨੇ ਵੀ ਬਹੁਤ ਮੇਰੀ ਹੈਲਪ ਕੀਤੀ ਸੀਗੀ। ਵਾਈਸ ਪ੍ਰਿੰਸੀਪਲ ਸਰ ਤੇ ਪ੍ਰਿੰਸੀਪਲ ਸਰ ਨੇ ਮੈਨੂੰ ਟਾਈਮ ਦੇ ਦਿੱਤਾ ਸੀਗਾ ਕਿ ਮਤਲਬ ਤੁਸੀਂ ਇਸ ਪੀਰੀਅਡ 'ਚ ਇੰਨਾ ਪੀਰੀਅਡਸ ਦੇ ਵਿੱਚ ਤੁਸੀਂ ਆਪਣੀ KBC ਦੀ ਤਿਆਰੀ ਕਰ ਸਕਦੇ। ਜਦੋਂ ਉਹਨਾਂ ਨੂੰ ਮਤਲਬ ਪਤਾ ਲੱਗਾ ਸੀ ਨਾ ਕਿ FFF ਲਈ ਜਾਣਾ ਹੈ, ਫਾਸਟੈਸਟ ਫਿੰਗਰ ਫਰਸਟਲੀ, ਤੇ ਉਹਨਾਂ ਨੇ ਮੈਨੂੰ ਆ ਟਾਈਮ ਦੇ ਦਿੱਤਾ ਸੀ ਕਿ ਤੁਸੀਂ ਪੜ੍ਹ ਲਓ। ਤੇ ਜਿਹੜੇ ਮੇਰੇ ਬਾਕੀ ਸਬਜੈਕਟ ਟੀਚਰ ਸੀਗੇ, SST ਦੇ ਟੀਚਰਸ, ਸਾਇੰਸ ਦੇ ਟੀਚਰ, ਮੈਥ ਦੇ, ਇਹਨਾਂ ਨੇ ਵੀ ਮੇਰੀ ਹੈਲਪ ਕਰਤੀ ਸੀ ਕਿ ਜੇ ਮੈਨੂੰ ਕੋਈ ਡਾਊਟ ਹੁੰਦਾ ਸੀ ਤਾਂ ਮੈਂ ਉਹਨਾਂ ਤੋਂ ਜਾ ਕੇ ਪੁੱਛ ਸਕਦੀ ਸੀ। ਬਾਕੀ ਉਹਨਾਂ ਨੇ ਮੈਨੂੰ ਮਟੀਰੀਅਲ ਵਗੈਰਾ ਪ੍ਰੋਵਾਈਡ ਕਰਾਇਆ ਜਿਹਦੀ ਮੈਨੂੰ ਲੋੜ ਸੀਗੀ ਤੇ ਸ਼ਾਮ ਨੂੰ ਘਰੇ ਆ ਕੇ ਪਾਪਾ ਪੜ੍ਹਾ ਦਿੰਦੇ ਸੀਗੇ। ਤੇ ਸਭ ਤੋਂ ਜ਼ਿਆਦਾ ਸਵਾਲ ਜਿਹੜੇ ਕਿਸ ਚੀਜ਼ ਨਾਲ ਰਿਲੇਟਡ ਤੁਹਾਨੂੰ ਪੁੱਛੇ ਗਏ ਉੱਥੇ? ਇੱਦਾਂ ਨਹੀਂ ਕਿ ਕਿਸੇ ਇੱਕੋ ਚੀਜ਼ ਤੋਂ ਜ਼ਿਆਦਾ ਸਵਾਲ ਪੁੱਛੇ ਗਏ, ਉਹਨੂੰ ਸਾਰੇ ਕਿਤੋਂ ਹੀ ਆ ਗਏ ਸੀ। ਨਦੀਆਂ ਦਾ ਵੀ ਆ ਗਿਆ, ਸਾਇੰਸ ਦਾ ਵੀ ਹੋ ਗਿਆ, ਮਤਲਬ ਸਾਰੇ ਕਾਮਨ। ਇੰਡੀਆ ਦੇ ਨਾਲ ਪੂਰੇ ਰਿਲੇਟਡ ਸੀ ਜਾਂ ਫਿਰ ਇੰਟਰਨੈਸ਼ਨਲ ਵੀ ਕੋਈ ਸਵਾਲ ਪੁੱਛਿਆ ਜਾਂ ਇਕੱਲੇ ਪੰਜਾਬ ਨਾਲ ਰਿਲੇਟਡ ਹੀ ਪੁੱਛਿਆ ਤੁਹਾਨੂੰ? ਨਹੀਂ ਇੰਟਰਨੈਸ਼ਨਲ ਵੀ ਸੀਗੇ, ਨੈਸ਼ਨਲ ਵੀ ਸੀ, ਪੰਜਾਬ ਨਾਲ ਰਿਲੇਟਡ ਵੀ ਸੀ, ਜਿੱਦਾਂ ਨਦੀਆਂ ਦਾ ਕੁਐਸਚਨ ਆ ਗਿਆ ਸੀਗਾ ਤੇ ਹੋਰ ਵੀ ਕਿੰਨੇ ਕੁਐਸਚਨਸ ਉਹਨਾਂ ਨੇ ਪੁੱਛੇ ਸੀਗੇ। ਅੱਛਾ, ਜਬ ਸਿਮਰਨ ਆਪਾਂ ਨਾ ਇੱਕ ਫਨੀ ਜੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ। ਕਈ ਵਾਰ ਬੱਚੇ ਜਦੋਂ ਪੇਪਰ ਕਰਦੇ ਨਾ ਆਊਟ ਆਫ ਸਿਲੇਬਸ ਕੁਐਸਚਨ ਆ ਜਾਂਦਾ ਹੈ ਤਾਂ ਸੋਚਦਾ ਯਾਰ ਇਹ ਸਵਾਲ ਤਾਂ ਮੈਂ ਤਿਆਰੀ ਨਹੀਂ ਕੀਤਾ ਸੀ, ਪੇਪਰ 'ਚ ਕਿੱਦਾਂ ਆ ਗਿਆ। ਫਿਰ ਇਦਾਂ ਦਾ ਕੋਈ ਸਵਾਲ ਉਹਨਾਂ ਨੇ ਪੁੱਛਿਆ ਸੀ ਜਦੋਂ ਪਤਾ ਸੋਚਿਆ ਸੀ ਇਹ ਤਾਂ ਸਿਲੇਬਸ 'ਚ ਹੀ ਨਹੀਂ, ਇਹ ਤਾਂ ਮੈਂ ਪੜ੍ਹਿਆ ਹੀ ਨਹੀਂ, ਯਾਰ ਕਿੱਥੋਂ ਆ ਗਿਆ? ਆਇਆ ਸੀਗਾ ਇੱਕ ਕੁਐਸਚਨ, ਮੈਨੂੰ ਚੱਜ ਨਾਲ ਪੂਰਾ ਕੁਐਸਚਨ ਨਹੀਂ ਚੇਤਾ ਬਟ ਉਹ ਸੀਗਾ ਕਿ ਇਹਨਾਂ ਵਿੱਚੋਂ ਕਿਹੜੇ ਜਿਹੜੇ ਫਰੀडम ਫਾਈਟਰ ਨੇ 12 ਇਅਰਸ ਦੀ ਏਜ ਵਿੱਚ ਉਹਨਾਂ ਨੂੰ ਸ਼ੂਟ ਆਊਟ ਕੀਤਾ ਸੀਗਾ ਤੇ ਮੈਨੂੰ ਇਹਦੇ ਬਾਰੇ ਬਿਲਕੁਲ ਆਈਡੀਆ ਨਹੀਂ ਸੀਗਾ। ਮੈਂ ਸੋਚਿਆ ਵੀ ਨਹੀਂ ਸੀ ਕਿ ਇਹ ਕੁਐਸਚਨ ਵੀ ਆ ਸਕਦਾ। ਪੇਪਰ ਵਾਲੀ ਫੀਲਿੰਗ ਆਈ ਸੀ ਉੱਥੇ ਕਿ ਆਊਟ ਆਫ ਸਿਲੇਬਸ ਆ ਗਿਆ? ਪੂਰੀ ਫੀਲ ਆਈ ਸੀਗੀ ਉਸ ਟਾਈਮ ਤੇ, ਪਰ ਫਿਰ ਮੇਰੇ ਕੋਲ ਲਾਈਫਲਾਈਨ ਸੀ ਤੇ ਮੈਂ ਐਕਸਪਰਟ ਦੀ ਹੈਲਪ ਨਾਲ ਉਹਦਾ ਆਨਸਰ ਦੇ ਦਿੱਤਾ। ਪੇਰੈਂਟਸ ਨਾਲ ਹੀ ਮੌਜੂਦ ਸੀਗੇ ਉਸ ਟਾਈਮ? ਹਾਂਜੀ, ਬਟ ਉਹ ਬੈਕ ਸਾਈਡ ਤੇ ਸੀ, ਬੰਦਾ ਇਸ਼ਾਰੇ ਵੀ ਨਹੀਂ ਕਰ ਸਕਦਾ। ਤੇ ਮਤਲਬ ਯੂ ਆਰ ਐਕਸਪੈਕਟਿੰਗ ਕਿ ਮਤਲਬ ਤੁਹਾਡੇ ਘਰ ਦੇ ਜਿਹੜੇ ਉੱਥੇ ਹੁੰਦੇ ਤੁਹਾਨੂੰ ਇਸ਼ਾਰਿਆਂ ਨਾਲ ਸਮਝਾਉਂਦੇ ਹਨਾ? ਨਹੀਂ ਇਦਾਂ ਹੋ ਰਿਹਾ ਨਹੀਂ ਸੀਗਾ, ਪਰ ਹਲਕੀ ਜਿਹੀ ਉਮੀਦ ਵੀ ਨਹੀਂ ਸੀਗੀ ਵੈਸੇ। ਪਰ ਉਹਨਾਂ ਨੇ ਮੈਨੂੰ ਵਧੀਆ ਪੜ੍ਹਾ ਕੇ ਭੇਜਿਆ ਸੀਗਾ, ਸੋ ਮੈਨੂੰ ਪਤਾ ਸੀਗਾ ਮੈਂ ਵਧੀਆ ਖੇਡ ਕੇ ਤਾਂ ਆਵਾਂਗੀ। ਤਾਂ ਬਿਲਕੁਲ ਜਬ ਸਿਮਰਨ ਦੇ ਫਾਦਰ ਵੀ ਸਾਡੇ ਨਾਲ ਮੌਜੂਦ ਨੇ ਤੇ ਇਹਨਾਂ ਨਾਲ ਵੀ ਗੱਲ ਕਰ ਲੈਂਦੇ ਆ। ਸਰ, ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ? ਬੇਟੀ 50 ਲੱਖ ਜਿੱਤ ਕੇ ਆਈ ਹੈ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਇੱਕ ਫਾਦਰ ਹੋਣ ਦੇ ਨਾਤੇ ਮੈਨੂੰ ਬਹੁਤ ਜ਼ਿਆਦਾ ਗਰਵ ਮਹਿਸੂਸ ਹੋ ਰਿਹਾ ਹੈ ਕਿ ਜੋ ਇੱਕ ਫਾਦਰ ਦੀ ਰਿਸਪੌਂਸਿਬਿਲਿਟੀਜ਼ ਹੁੰਦੀ ਹੈ ਆਪਣੀ ਬੱਚੀ ਵਾਸਤੇ, ਆਪਣੀ ਡਾਟਰ ਵਾਸਤੇ, ਉਹ ਇੰਨੀ ਘੱਟ ਉਮਰ ਦੇ ਵਿੱਚ ਹੀ ਮੇਰੇ ਨਾਲ ਸ਼ੇਅਰ ਕਰ ਲਈਆਂ ਨੇ। ਔਰ ਇਵਨ ਮਤਲਬ ਜੋ ਮੈਂ ਇਹਨੂੰ ਕੁਝ ਹੈਲਪ ਕਰਨੀ ਸੀ ਇਹਨੇ ਮੇਰੀ ਹੈਲਪ ਕਰ ਦਿੱਤੀ ਹੈ। ਹੁਣ ਮੈਨੂੰ ਸਿਰਫ ਇਹਦੇ ਫਿਊਚਰ ਦੀ ਕੋਈ ਪਰੇਸ਼ਾਨੀ ਨਹੀਂ ਰਹਿ ਗਈ। ਹੁਣ ਜੋ ਮਤਲਬ ਪੈਸੇ ਵਾਲੇ ਪਾਸੋਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਰਹਿ ਗਈ
ਜੋ ਹੁਣ ਇਹ ਚਾਹੇਗੀ ਉਹ ਪੜ੍ਹ ਸਕਦੀ ਹੈ, ਜਿੱਥੇ ਜਾ ਕੇ ਪੜ੍ਹ ਸਕਦੀ ਹੈ, ਔਰ ਜੋ ਇਹ ਪੜ੍ਹਨਾ ਚਾਹੁੰਦੀ ਹੈ ਉਹ ਫ੍ਰੀਲੀ ਕਰ ਸਕਦੀ ਹੈ। KBC ਲਈ ਪ੍ਰੇਰਿਤ ਤੁਸੀਂ ਹੀ ਇਹਨਾਂ ਨੂੰ ਕੀਤਾ ਸੀਗਾ, ਕਿਉਂਕਿ ਕਹਿੰਦੇ ਵੀ ਫਾਦਰ ਸਾਹਿਬ ਵੀ ਜਾ ਚੁੱਕੇ ਨੇ, ਆਡੀਸ਼ਨ ਜਿਹੜਾ ਕੰਪਲੀਟ ਕਰ ਲਿਆ ਸੀ ਉਹਨਾਂ ਨੇ ਵੀ। ਐਕਚੁਅਲੀ ਸਾਡਾ ਨਾ ਘਰ ਦੇ ਵਿੱਚ ਇੱਕ ਮਾਹੌਲ ਹੈਗਾ ਸੀ, ਸਾਨੂੰ ਕੁਇਜ਼ਿੰਗ ਪਹਿਲਾਂ ਤੋਂ ਹੀ ਪਸੰਦ ਸੀਗੀ। KBC ਤੋਂ ਪਹਿਲਾਂ ਵੀ ਕੁਝ ਆਨਲਾਈਨ ਅਸੀਂ ਕੁਇਜ਼ ਖੇਲਦੇ ਰਹਿੰਦੇ ਹੁੰਦੇ ਸੀਗੇ, ਬਟ ਉਹਦੇ ਵਿੱਚ ਕੋਈ ਪ੍ਰਾਈਜ਼ ਮਨੀ ਜਾਂ ਇਦਾਂ ਦਾ ਕੁਝ ਜ਼ਿਆਦਾ ਨਹੀਂ ਸੀਗਾ, ਬਹੁਤ ਥੋੜੇ ਥੋੜੇ ਹੁੰਦੇ ਸੀਗੇ, ਔਰ ਉਹਦਾ ਸਾਨੂੰ ਇੰਟਰਸਟ ਸੀਗਾ। ਔਰ ਜਦੋਂ ਫਿਰ ਇਸ ਵਾਰੀ KBC ਸਟਾਰਟ ਹੋਇਆ, ਮੈਂ ਤਾਂ ਉਹਦੇ ਵਿੱਚ ਸੀਰੀਅਸਲੀ ਪਾਰਟਿਸਿਪੇਟ ਕਰਨਾ ਚਾਹੁੰਦਾ ਸੀਗਾ, ਔਰ ਲੱਕੀਲੀ ਮੈਨੂੰ ਕਾਲ ਵੀ ਆ ਗਈ ਜਦੋਂ ਮੇਰੀ ਰਜਿਸਟ੍ਰੇਸ਼ਨ ਕੰਪਲੀਟ ਹੋਈ। ਔਰ ਜਿਹੜੇ ਫੋਨਿਕ ਸੀਗੇ ਸਾਰੇ ਰਾਊਂਡ ਮੇਰੇ ਕਲੀਅਰ ਹੋਏ, ਔਰ ਜਦੋਂ ਭੋਪਾਲ ਰਿਟਨ ਟੈਸਟ ਵਾਸਤੇ ਗਏ, ਇੰਟਰਵਿਊ ਹੋਈਆਂ, ਉਹ ਸਾਰਾ ਬੜਾ ਵਧੀਆ ਹੋ ਗਿਆ। ਬਟ ਮੈਂ ਫਾਸਟੈਸਟ ਫਿੰਗਰ ਫਸਟ ਵਾਸਤੇ ਨਹੀਂ ਸਿਲੈਕਟ ਹੋ ਪਾਇਆ, ਔਰ ਮੈਨੂੰ ਲੱਗਾ ਕਿਤੇ ਸ਼ਾਇਦ ਮੇਰੇ 'ਚ ਕਿਤੇ ਕਮੀ ਹੋਏਗੀ, ਕਿਉਂਕਿ ਜਦੋਂ ਤੁਸੀਂ ਕੰਪੀਟੀਸ਼ਨ ਵਾਸਤੇ ਜਾਂਦੇ ਹੋ ਤਾਂ ਤੁਸੀਂ ਉੱਥੇ ਬਾਕੀ ਜਦੋਂ ਤੁਸੀਂ ਦੁਨੀਆ ਨੂੰ ਫੇਸ ਕਰਦੇ ਹੋ ਕਿ ਜੇ ਕੋਈ ਤੁਹਾਡੇ ਤੋਂ ਅੱਗੇ ਨਿਕਲਿਆ ਹੈ ਉਹ 'ਚ ਕੋਈ ਨਾ ਕੋਈ ਐਕਸ ਫੈਕਟਰ ਹੋਏਗਾ ਜੋ ਸਾਡੇ 'ਚ ਮਿਸ ਕਰ ਰਿਹਾ ਸੀਗਾ। ਲੱਕੀਲੀ ਉਦੋਂ ਫਿਰ ਜੂਨੀਅਰ ਲਾਂਚ ਹੋ ਗਿਆ, ਔਰ ਮੇਰੇ ਲਈ ਸਭ ਤੋਂ ਵਧੀਆ ਮੇਰਾ ਦੋਸਤ ਮੇਰੀ ਬੇਟੀ ਹੀ ਇਹ ਸੀਗੀ ਕਿ ਚੱਲ ਬਈ ਹੁਣ ਤੂੰ ਤਿਆਰ ਹੋ ਜਾ। ਔਰ ਇਹਨੇ ਜਰਾ ਵੀ ਇਹਨੂੰ ਕੋਈ ਪ੍ਰੋਬਲਮ ਨਹੀਂ ਹੋਈ, ਇਹਨੇ ਆਪਣੀ ਪ੍ਰੋਸੈਸ ਰਜਿਸਟ੍ਰੇਸ਼ਨ ਕੰਪਲੀਟ ਕੀਤੀ, ਔਰ ਇਹਨੂੰ ਬੰਬੇ ਤੋਂ ਕਾਲ ਵੀ ਆ ਗਈ ਕਿ ਤੁਸੀਂ ਜਿਹੜੇ ਫੋਨ ਦੇ ਤੁਹਾਡੇ ਰਾਊਂਡ ਕਲੀਅਰ ਹੋ ਗਏ, ਹੁਣ ਤੁਸੀਂ ਰਿਟਨ ਟੈਸਟ ਔਰ PI ਵਾਸਤੇ ਬੰਬੇ ਆਓ। ਉੱਥੇ ਜੋ ਫੋਨਿਕ ਤੱਕ ਸੀ ਅਸੀਂ ਕੁਝ ਹੈਲਪ ਕਰ ਸਕਦੇ ਸੀਗੇ, ਬਟ ਰਿਟਨ ਟੈਸਟ ਤੋਂ ਸਾਡਾ ਰਸਤੇ ਵੱਖਰੇ ਵੱਖਰੇ ਹੋ ਗਏ। ਅਸੀਂ ਆਡੀਅנס ਚਲੇ ਗਏ ਔਰ ਇਹ ਅੱਗੇ ਚਲੀ ਗਈ। ਜੋ ਐਗਜ਼ਾਮ ਸੀਗਾ ਉਹ ਇਹਨੇ ਸਾਰੇ ਆਪ ਕਲੀਅਰ ਕੀਤੇ, ਔਰ ਉਸ ਤੋਂ ਬਾਅਦ ਜਿਹੜੀ PI ਸੀਗੀ ਉਹ ਤਾਂ ਬੰਦ ਕਮਰੇ 'ਚ ਹੁੰਦੀ ਹੈ, ਉਹਦੇ ਬਾਰੇ ਆਪਾਂ ਕੁਝ ਵੀ ਨਹੀਂ ਜਾਣਦੇ ਹੁੰਦੇ ਕਿ ਕੀ ਜਵਾਬ ਦਿੱਤਾ ਕੀ ਨਹੀਂ ਦਿੱਤਾ, ਔਰ ਉਹ ਇਹਦੀ ਕੁਆਲਿਟੀ ਸੀਗੀਆਂ ਜੋ ਸ਼ੋ ਕਰਕੇ ਆਈ, ਔਰ ਇਹਦੀ ਫਾਸਟੈਸਟ ਫਿੰਗਰ ਤੱਕ ਸਿਲੈਕਸ਼ਨ ਹੋਈ, ਔਰ ਫਾਈਨਲੀ ਉਸ ਤੋਂ ਬਾਅਦ ਹੌਟ ਸੀਟ ਤੇ ਵੀ ਪਹੁੰਚ ਗਈ। ਤੇ ਜਦੋਂ ਤੁਹਾਨੂੰ ਪਤਾ ਲੱਗਾ ਕਿ 50 ਲੱਖ ਪੁਆਇੰਟ ਜਿਹੜੇ ਇਹਨਾਂ ਨੇ ਹਾਸਲ ਕਰ ਲਏ ਨੇ, ਤਾਂ ਸੁਣਦੇ ਸਾਰੀ ਕਿੱਦਾਂ ਦਾ ਐਕਸਪੀਰੀਅੰਸ ਸੀ, ਕੀ ਮਨ ਦੇ ਵਿੱਚ ਖਿਆਲ ਆਇਆ ਉਸ ਵੇਲੇ? ਅਸੀਂ ਸਾਹਮਣੇ ਦੇਖ ਰਹੇ ਸੀ ਸਾਰਾ ਕੁਝ। ਅਸੀਂ ਜੋ ਪਹਿਲੇ ਸੋਚ ਕੇ ਗਏ ਸੀ ਕਿ ਅਸੀਂ ਹੌਟ ਸੀਟ ਤੱਕ ਪਹੁੰਚਣਾ ਹੈ, ਪ੍ਰਾਈਜ਼ ਮਨੀ ਸਾਡੇ ਲਈ ਉਸ ਵੇਲੇ ਮੈਟਰ ਨਹੀਂ ਕਰਦੀ ਸੀ, ਬਟ ਬੀਇੰਗ ਏ ਫਾਦਰ ਜਦੋਂ ਤੁਸੀਂ ਦੇਖਦੇ ਹੋ ਕਿ ਬੱਚਾ ਅੱਛਾ ਖੇਲ ਰਿਹਾ, ਫਿਰ ਤੁਹਾਡੇ ਐਕਸਪੈਕਟੇਸ਼ਨਸ ਵੀ ਵੱਧ ਜਾਂਦੀਆਂ। ਔਰ ਜਦੋਂ 320 ਤੱਕ ਇਹ ਪਹੁੰਚ ਗਈ, ਜਸਟ ਇਹਨੇ ਇੱਕ ਲਾਈਫ ਲਾਈਨ ਯੂਜ਼ ਕੀਤੀ ਸੀਗੀ, ਔਰ ਇਹਦੀਆਂ 3 ਲਾਈਫ ਲਾਈਨ ਯੂਜ਼ ਬਾਕੀ ਕਰ ਸਕਦੀ ਸੀਗੀ, ਔਰ ਇਹਨੇ ਬਹੁਤ ਵਾਈਜ਼ਲੀ ਯੂਜ਼ ਕੀਤੀਆਂ, ਕਿਉਂਕਿ ਸਾਡਾ ਉੱਥੇ ਕੋਈ ਇੰਟਰੈਕਸ਼ਨ ਨਹੀਂ ਸੀ ਆਪਸ ਵਿੱਚ ਉਸ ਵੇਲੇ, ਨਾ ਇਹਨੂੰ ਕੋਈ ਸਮਝਾ ਸਕਦੇ ਸੀਗੇ, ਸਾਰੇ ਇਹਦੇ ਵਾਈਜ਼ ਡਿਸੀਜਨ ਸੀਗੇ, ਆਪ ਇਹਨੇ ਸੋਚ ਕੇ ਡਿਸੀਜਨ ਲਏ ਕਿਸ ਟਾਈਮ ਦੇ ਉੱਪਰ ਇਹਨੇ ਕਿਹੜੀ ਲਾਈਫ ਲਾਈਨ ਯੂਜ਼ ਕਰਨੀ ਹੈ, ਉਹਨੇ ਪਰਫੈਕਟਲੀ ਕੀਤੀਆਂ। ਔਰ ਜਦੋਂ ਇਹਨੂੰ ਲੱਗਿਆ ਕਿ ਹੁਣ ਹੱਥ 'ਚੋਂ ਬਾਹਰ ਹੈ ਗੇਮ, ਉੱਥੇ ਇਹਨੇ ਬਹੁਤ ਵਧੀਆ ਡਿਸੀਜਨ ਲੈ ਕੇ ਕੁਇਟ ਕਰਕੇ ਵਾਪਸ ਆਈ। ਤੇ ਤੁਸੀਂ ਹੁਣ ਜਪਸਿਮਰਨ ਦਾ ਫਿਊਚਰ ਕਿਵੇਂ ਦਾ ਦੇਖਦੇ ਹੋ? ਅੱਗੇ ਕਿਸੇ ਹੋਰ ਕੰਪੀਟੀਸ਼ਨ ਲਈ ਵੀ ਇਹਦੀ ਪ੍ਰੈਕਟਿਸ ਜਿਹੜੀ ਆ ਕਰਵਾਓਗੇ ਤੁਸੀਂ? ਬਿਲਕੁਲ, ਕੰਪੀਟੀਸ਼ਨਸ ਇਹਦੇ ਚੱਲਦੇ ਰਹਿੰਦੇ ਆ। ਈਵਨ ਜਦੋਂ ਬੰਬੇ ਜਾਣਾ ਸੀਗਾ ਉਦੋਂ ਇਹਦੇ ਓਲੰਪੀਆਡਸ ਦੇ ਸਾਡੇ ਮਿਸ ਹੋ ਗਏ। ਹੁਣ ਸਾਡਾ ਜਿਹੜਾ ਏਮ ਹੋਏਗਾ ਜਿਹੜੀ ਇਹਦੇ ਅਕੈਡਮਿਕਸ ਹੈਗੀਆਂ ਉਹ ਵਧੀਆ ਹੋਣ, ਔਰ ਜਿਹੜੀਆਂ ਬੇਸਿਕ, ਕਿਉਂਕਿ ਸਕੂਲ ਬੇਸਿਕ ਐਜੂਕੇਸ਼ਨ ਤੁਹਾਡੀ ਸਭ ਤੋਂ ਜ਼ਰੂਰੀ ਹੈ। ਕੰਪੀਟੀਸ਼ਨਸ ਤਾਂ ਲਾਈਫ ਦੇ ਸਾਰੇ ਆਉਂਦੇ ਹੀ ਰਹਿਣੇ ਆ, ਤੁਸੀਂ ਸਕੂਲ ਨੂੰ ਪਿੱਛੇ ਨਹੀਂ ਛੱਡ ਸਕਦੇ। ਆਪਣੀ ਰੈਗੂਲਰ ਸਟੱਡੀਜ਼ ਇਹ ਕਰੇਗੀ, ਉਸ ਤੋਂ ਬਾਅਦ ਜਿਹੜੇ ਇਹਦੇ ਡ੍ਰੀਮਸ ਹੈਗੇ ਆ, ਜਿਹੜੀ ਹਾਇਰ ਸਟੱਡੀਜ਼ ਦੇ ਹੈਗੇ ਆ, ਉਹ ਇਹਦੇ ਅਕੋਰਡਿੰਗਲੀ ਚੱਲਣਗੇ। ਸਰ ਕਿੰਨਾ ਕੁ ਸਮਾਂ ਦਿੰਦੇ ਸੀ ਇਹਨੂੰ ਪ੍ਰੈਕਟਿਸ ਕਰਵਾਉਣ ਦੇ ਲਈ ਤੁਸੀਂ? ਜਨਰਲੀ ਇਹਨੂੰ ਮਾਰਨਿੰਗ ਵਿੱਚ ਜਲਦੀ ਉਠਾਉਣਾ ਪੈਂਦਾ ਸੀਗਾ ਕਿ ਯਾਰ ਸਭ ਤੋਂ ਔਖਾ ਹੁੰਦਾ। ਬਿਲਕੁਲ ਔਖਾ ਹੁੰਦਾ, ਔਰ ਇਹਨੂੰ ਸਭ ਤੋਂ ਬੁਰਾ ਲੱਗਦਾ ਸੀਗਾ, ਔਰ ਲੱਗਦਾ ਸੀ ਪਾਪਾ ਜ਼ਿਆਦਾ ਸਟ੍ਰਿਕਟ ਹੋ ਗਏ, ਡਾਂਟਦੇ ਆ, ਬਟ ਕਹਿੰਦੇ ਕਿ ਚਲੋ, ਕਿਉਂਕਿ ਮੈਂ ਰਾਤ ਨੂੰ ਪਲਾਨ ਕਰਦਾ ਸੀਗਾ ਕਿ ਇਹਨਾਂ ਨੈਕਸਟ ਡੇ ਕੀ ਪੜ੍ਹਨਾ ਆ, ਔਰ ਕੁਐਸਚਨਸ ਮੈਂ ਆਪ ਸਿਲੈਕਟ ਕਰਦਾ ਹੁੰਦਾ ਸੀ ਕਿ ਕਿਹੜੇ ਕਿਹੜੇ ਕੁਐਸਚਨਸ ਆ ਸਕਦੇ ਆ, ਉਹ ਮੈਂ ਰਾਤ ਨੂੰ ਤਿਆਰ ਕਰਦਾ ਸੀਗਾ ਇਹਦੇ ਸੌਣ ਤੋਂ ਬਾਅਦ। ਉਹ ਫਿਰ ਇਹਨੂੰ ਮਾਰਨਿੰਗ ਵਿੱਚ ਇਹਨੂੰ ਇਹਦੇ ਫੋਨ ਦੇ ਉੱਪਰ ਦੇ ਦੇਣੇ ਕਿ ਬੇਟਾ ਆਹ ਚੀਜ਼ਾਂ ਆਪਾਂ ਤਿਆਰ ਕਰਨੀਆਂ ਅੱਜ, ਔਰ ਸਾਡੇ ਕੋਲ ਟਾਈਮ ਕਿਉਂਕਿ ਬਹੁਤ ਸ਼ਾਰਟ ਸੀਗਾ ਬਾਅਦ ਵਿੱਚ, ਟੂ ਦਾ ਪੁਆਇੰਟ ਸਾਨੂੰ ਆਨਸਰ ਚਾਹੀਦੇ ਸੀਗੇ, ਔਰ ਇਹਨੂੰ ਮੈਂ ਮਾਰਨਿੰਗ ਵਿੱਚ ਦੇ ਦਿੰਦਾ ਸੀਗਾ, ਔਰ ਸ਼ਾਮ ਨੂੰ ਆ ਕੇ ਚੈੱਕ ਕਰਨੇ ਹੁੰਦੇ ਸੀ ਅੱਜ ਕੀ ਕੁਝ ਤਿਆਰ ਕਰ ਲਿਆ, ਕਿਉਂਕਿ ਉਸ ਤੋਂ ਬਾਅਦ ਫਿਰ ਨੈਕਸਟ ਡੇ ਦਾ ਅਸੀਂ ਪਲਾਨ ਕਰਨਾ ਹੁੰਦਾ ਸੀਗਾ। ਰਾਤ ਤੱਕ ਬੈਠ ਕੇ ਪੜ੍ਹਨਾ, ਸਾਰੇ ਕੰਮਾਂ ਤੋਂ ਸਾਨੂੰ ਫਰੀडम ਸੀਗੀ, ਕੋਈ ਟੀਵੀ ਨਹੀਂ ਦੇਖਣਾ, ਕੋਈ ਕੁਛ ਨਹੀਂ, ਨਾ ਇਹਨੂੰ ਕੋਈ ਕੰਮ ਸੀ ਨਾ ਮੈਨੂੰ ਸੀਗਾ, ਬਸ ਆਪਣੇ ਕੁਐਸਚਨਸ ਵੱਲ ਤੁਸੀਂ ਸਿਲੈਕਟ ਕਰੋ ਕੁਐਸਚਨਸ, ਉਹਨੂੰ ਪੜ੍ਹਦੇ ਰਹੋ। ਸਰ ਇਦਾਂ ਹੁੰਦਾ ਕਿ KBC ਦੇ ਨਾ ਬੜੇ ਲੋਕ ਜਿੱਦਾਂ ਫਰਾਡ ਵੀ ਕਰਦੇ ਨੇ, ਹੈ ਨਾ, ਸੋਸ਼ਲ ਮੀਡੀਆ ਤੇ ਬੜੇ ਮੈਸੇजेस ਵਗੈਰਾ ਆਉਂਦੇ। ਜੋ ਤੁਸੀਂ ਰਜਿਸਟਰ ਕਰਨਾ ਸੀ, ਕਿਤੇ ਮਨ ਦੇ ਵਿੱਚ ਇੱਕ ਡਰ ਸੀ ਕਿ ਕੁਝ ਫਰਾਡ ਨਾ ਹੋ ਜਾਵੇ, ਜਾਂ ਮਤਲਬ ਇਹ ਪਤਾ ਨਹੀਂ ਕੰਪਨੀ ਅਸਲੀ ਹੈ ਜਾਂ ਕੀ ਹੈ? ਬਿਲਕੁਲ, ਜਿਹੜੀ ਸਾਡੀ ਪਹਿਲੀ ਕਾਲਸ ਆਉਂਦੀਆਂ, 2-3 ਕਾਲਸ ਆਉਂਦੀਆਂ, ਉਹ IVR ਕਾਲਸ ਹੁੰਦੀਆਂ, ਔਰ IVR ਕਾਲਸ, ਔਰ ਜਿਹੜੇ ਤੁਸੀਂ ਅੱਜ ਕੱਲ੍ਹ ਟਰੂ ਕਾਲਰ ਵਗੈਰਾ ਯੂਜ਼ ਕਰਦੇ ਹੋ, ਤੇ ਫੋਨ ਦੇ ਉੱਪਰ ਨਾਮ ਵੀ ਬੜੇ ਅਜੀਬ ਆ ਰਹੇ ਸੀਗੇ, ਔਰ ਤੁਹਾਨੂੰ ਨਹੀਂ ਲੱਗਦਾ ਸੀਗਾ ਕਿ ਇਹ KBC ਵੱਲੋਂ ਕਾਲ ਹੈਗੀ ਆ, ਬਟ ਕਿਉਂਕਿ ਤੁਸੀਂ ਰਜਿਸਟਰ ਕੀਤਾ ਹੁੰਦਾ, ਤੁਹਾਡੇ ਮਾਈਂਡ 'ਚ ਕਿਤੇ ਨਾ ਕਿਤੇ ਹੁੰਦਾ ਕਿ ਯਾਰ ਮੇਰਾ ਹੋ ਸਕਦਾ ਹੈ,
ਔਰ ਜਦੋਂ ਤੁਸੀਂ ਪਿਕ ਕਰਦੇ ਹੋ, ਕਿਉਂਕਿ ਜਦੋਂ ਕੋਈ ਤੁਹਾਡੇ ਕੋਲ ਕੋਈ ਪਰਸਨਲ ਇਨਫੋਰਮੇਸ਼ਨ ਉਸ ਟਾਈਪ ਦੀ ਨਹੀਂ ਮੰਗ ਰਿਹਾ, ਉਦੋਂ ਤੱਕ ਆਪਾਂ ਉਹਨੂੰ ਡੀਲ ਕਰਦੇ ਹਾਂ। ਔਰ ਕਿਸੇ ਵੀ ਜਦੋਂ ਇਹਦੇ ਕੁਐਸਚਨ ਉਹਨਾਂ ਦੇ ਕਾਲਸ ਆਈਆਂ, ਕਿਸੇ ਨੇ ਵੀ ਇਸ ਟਾਈਪ ਦਾ ਕੋਈ ਕੁਐਸਚਨ ਸੈਂਸਿਟਿਵ ਨਹੀਂ ਪੁੱਛਿਆ ਕਿ ਜਿਹਦਾ ਸਾਨੂੰ ਡਰ ਲੱਗੇ। ਇਸ ਕਰਕੇ ਫਿਰ ਆਪਾਂ ਕੌਨਫੀਡੈਂਟ ਸੀਗੇ। ਔਰ ਜਦੋਂ ਫਾਈਨਲ ਹੋ ਜਾਂਦਾ ਹੈ, ਤੁਸੀਂ ਆਡੀਸ਼ਨਸ ਵਾਸਤੇ ਸਿਲੈਕਟ ਹੋ ਜਾਂਦੇ ਹੋ, ਫਿਰ ਤੁਹਾਨੂੰ ਕਾਲ ਆਉਂਦੀ ਹੈ। ਜਪਸਿਮਰਨ, ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, KBC ਦੀ ਤਿਆਰੀ ਦੇ ਦੌਰਾਨ ਜ਼ਿੰਦਗੀ ਨੇ ਤੁਹਾਨੂੰ ਕੀ ਸਿਖਾਇਆ? ਜ਼ਿੰਦਗੀ ਨੇ ਆ ਸਿਖਾਇਆ ਕਿ ਮਤਲਬ ਤੁਸੀਂ ਇੱਕ ਦਿਨ ਦੇ ਵਿੱਚ ਤਾਂ ਇੱਕ ਚੀਜ਼ ਦੀ ਤਿਆਰੀ ਨਹੀਂ ਕਰ ਸਕਦੇ। ਤੁਹਾਨੂੰ ਇਹਦੀ ਤਿਆਰੀ ਬਹੁਤ ਸਟਾਰਟਿੰਗ ਤੋਂ ਹੀ ਕਰਕੇ ਆਉਣੀ ਚਾਹੀਦੀ। ਇਕੱਲਾ KBC ਨਹੀਂ, ਕੋਈ ਵੀ ਚੀਜ਼ ਜੇ ਤੁਹਾਨੂੰ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ, ਤਾਂ ਤੁਹਾਨੂੰ ਉਹਦੀ ਜਿਹੜੀ ਸਟਾਰਟਿੰਗ ਹੈ ਉਹ ਕਰ ਦੇਣੀ ਚਾਹੀਦੀ ਹੈ। ਸਾਨੂੰ ਆ ਨਹੀਂ ਸੋਚਣਾ ਚਾਹੀਦਾ ਕਿ ਕੱਲ ਕਰਾਂਗੇ ਜਾਂ ਜਿੱਦਾਂ ਮਰਜ਼ੀ ਹੈ। ਸਾਨੂੰ ਅੱਜ ਤੋਂ ਹੀ ਸਟਾਰਟ ਕਰ ਦੇਣਾ ਚਾਹੀਦਾ, ਹੁਣ ਤੋਂ ਹੀ ਮਤਲਬ ਸਟਾਰਟ ਕਰ ਦੇਣਾ ਚਾਹੀਦਾ। ਜਿੰਨਾ ਸਾਡਾ ਟਾਈਮ ਹੈ ਸਾਨੂੰ ਉਸ ਚੀਜ਼ ਨੂੰ ਪਾਉਣ ਵਾਸਤੇ ਲਗਾਉਣਾ ਚਾਹੀਦਾ। ਇਹ ਵੀ ਚੀਜ਼ ਸਿੱਖੀ ਹੈ ਕਿ ਧੀਆਂ ਦੇ ਬੈਸਟ ਫਰੈਂਡ ਪਾਪਾ ਹੀ ਹੁੰਦੇ ਨੇ। ਹਾਂਜੀ, ਉਹ ਤਾਂ ਫਿਰ ਸਾਰਿਆਂ ਦੇ ਹੁੰਦੇ ਨੇ। ਮਤਲਬ ਕੁੜੀਆਂ ਦਾ ਲਗਾਵ ਤੇ ਜ਼ਿਆਦਾ ਆਪਣੇ ਪਾਪਾ ਨਾਲ ਹੀ ਹੁੰਦਾ। ਫਿਰ ਅੱਛਾ, ਇਹਨਾਂ ਦੇ ਨਾਲ ਆਰਾਮ ਨਾਲ ਡਾਂਟ ਵੀ ਇਹਨਾਂ ਦੀ ਖਾ ਲਈਦੀ ਆ, ਪਰ ਫਿਰ ਇਹਨਾਂ ਦੇ ਸਾਹਮਣੇ ਹੀ ਰੋ ਲਈਦਾ ਤਾਂ ਕਿ ਫਿਰ ਚੁੱਪ ਵੀ ਆਹੀ ਕਰਾਉਂਦੇ ਨੇ। ਪਰ ਮੰਮੀ ਦੇ ਸਾਹਮਣੇ ਆ ਸਭ ਨਹੀਂ ਚੱਲਦਾ। ਮਤਲਬ ਹੁਣ ਤੁਸੀਂ ਮਤਲਬ ਤੁਹਾਨੂੰ ਲੱਗਾ ਕਿ ਪਾਪਾ ਦੀ ਉਹ ਡਾਂਟ ਪਾਪਾ ਉਠਾਉਂਦੇ ਸੀ ਜਲਦੀ, ਉਦੋਂ ਚੰਗਾ ਨਹੀਂ ਲੱਗਦਾ ਸੀ, ਪਰ ਹੁਣ ਜਦੋਂ ਜਲਦੀ ਉਠਾਇਆ ਕਰਨਗੇ ਤਾਂ ਮੈਂ ਪਹਿਲਾਂ ਉੱਠਿਆ ਕਰਨਾ ਹੈ। ਇੱਦਾਂ ਜਲਦੀ ਉੱਠਣਾ ਤੇ ਮੇਰੇ ਲਈ ਪੋਸੀਬਲ ਨਹੀਂ, ਪਰ ਕੋਸ਼ਿਸ਼ ਪੂਰੀ ਕਰਾਂਗੇ। ਤੇ ਅੱਗੇ ਹੋਰ ਕਿਹੜੇ ਕੰਪੀਟੀਸ਼ਨਸ ਦੀ ਪ੍ਰੈਕਟਿਸ ਜਿਹੜੀ ਹੁਣ ਤੁਸੀਂ ਕਰੋਗੇ ਆਉਣ ਵਾਲੇ ਟਾਈਮ 'ਚ? ਮੈਨੂੰ 12th ਤੋਂ ਬਾਅਦ IIT ਦੇ ਵਿੱਚ ਐਡਮਿਸ਼ਨ ਲੈਣਾ, ਤੇ IIT ਦੇ ਵਿੱਚ ਐਡਮਿਸ਼ਨ ਲੈ ਲਈ ਆਫ ਕੋਰਸ ਮੈਨੂੰ ਬਹੁਤ ਪੜ੍ਹਾਈ ਕਰਨੀ ਪਏਗੀ, ਤੇ ਉਹਦੇ 'ਚ ਕੋਚਿੰਗ ਕਲਾਸਿਸ ਵਗੈਰਾ ਜਿਹੜੀਆਂ ਵੀ ਹੋਣਗੀਆਂ ਉਹਨਾਂ 'ਤੇ ਮੈਂ ਯੂਟੀਲਾਈਜ਼ ਕਰਾਂਗੀ ਆਪਣੀ ਜਿਹੜੀ ਮਨੀ ਹੈ, ਤੇ ਪਾਪਾ ਵੀ ਹੈਲਪ ਕਰਦੇ ਰਹਿਣਗੇ। ਤੇ ਅੱਗੇ ਜਾ ਕੇ ਮੈਂ ਸਪੇਸ ਸਾਇੰਟਿਸਟ ਬਣਨਾ ਚਾਹਾਂਗੀ। ਤੇ ਜਦੋਂ ਮੈਂ ਇੱਕ ਵਾਰ ਸਕਸੈਸਫੁਲ ਹੋ ਜਾਵਾਂ, ਮੈਂ ਚਾਹੁੰਦੀ ਹਾਂ ਕਿ ਮੈਂ ਜਿਹੜੇ ਬੱਚੇ ਮਤਲਬ ਨਹੀਂ ਚੰਗੀ ਐਜੂਕੇਸ਼ਨ ਅਫੋਰਡ ਕਰ ਸਕਦੇ, ਉਹਨਾਂ ਨੂੰ ਇੱਕ ਵਧੀਆ ਐਜੂਕੇਸ਼ਨ ਅਫੋਰਡ ਕਰਾ ਸਕਾਂ। ਤੇ ਜੇ ਕਿਸੇ ਨੂੰ ਵਧੀਆ ਐਜੂਕੇਸ਼ਨ ਮਿਲਦੀ ਹੈ ਤਾਂ ਮੈਨੂੰ ਵੀ ਵਧੀਆ ਲੱਗੇਗਾ। ਥੈਂਕ ਯੂ ਸੋ ਮਚ। ਸੋ ਬਿਲਕੁਲ ਜਪਸਿਮਰਨ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਲਾਸਟ ਦੇ ਉੱਤੇ ਜਦੋਂ ਗੱਲ ਕਰਦੇ ਕੁਝ ਗੱਲਾਂ ਇਹਨਾਂ ਦੀਆਂ ਦਿਲ ਨੂੰ ਭਾ ਗਈਆਂ ਨੇ। ਛੋਟੀ ਉਮਰੇ ਹੀ ਇੰਨੇ ਵੱਡੇ ਵਿਚਾਰ ਜਿਹੜੇ ਨੇ, ਕਿਤੇ ਨਾ ਕਿਤੇ ਇਹੀ ਚੀਜ਼ਾਂ ਜਿਹੜੀਆਂ ਨੇ ਜੇ ਦਿਲ ਦੇ ਵਿੱਚ ਲੈ ਕੇ ਅਸੀਂ ਚੱਲੀਏ ਤਾਂ ਸਾਨੂੰ ਬਹੁਤ ਹੀ ਅੱਗੇ ਪਹੁੰਚਾ ਦੇਣਗੀਆਂ। ਤੇ ਇਹਨਾਂ ਦੀ ਲਾਈਫ ਸਟੋਰੀ ਦੇ ਉੱਤੇ ਇੱਕ ਚੀਜ਼ ਹੋਰ ਜਿਹੜੀ ਹੈ ਸਿੱਖਣ ਨੂੰ ਮਿਲਦੀ ਹੈ, ਜਿਹੜੇ ਫਾਦਰਸ ਨੇ ਯੂਜੂਲੀ ਮੁੰਡਿਆਂ ਨਾਲ ਤੇ ਫਾਦਰਸ ਦਾ ਪਿਆਰ ਹੁੰਦਾ ਹੀ ਹੈ, ਪਰ ਧੀਆਂ ਨੂੰ ਜਿਹੜੇ ਬਾਪ ਪਿਆਰ ਕਰਦੇ ਨੇ, ਜਿਹੜੇ ਧੀਆਂ ਨੂੰ ਸਮਝਦੇ ਨੇ, ਧੀਆਂ ਦੀ ਸਟਰੈਂਥ ਬਣਦੇ ਨੇ, ਕਿਤੇ ਨਾ ਕਿਤੇ ਉਹਨਾਂ ਦੀਆਂ ਧੀਆਂ ਵੀ ਜਿਹੜੀਆਂ ਨੇ ਉਹਨਾਂ ਦਾ ਨਾਮ ਰੌਸ਼ਨ ਕਰਦੀਆਂ ਨੇ। ਤੇ ਅਜਿਹੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਲਾਈਫ ਇੰਸਪੀਰੇਸ਼ਨਲ ਸਟੋਰੀਜ਼ ਨੇ ਉਹਨਾਂ ਦੇ ਰੂਬਰੂ ਤੁਹਾਨੂੰ ਕਰਵਾਉਂਦੇ ਰਵਾਂਗੇ। ਤਦ ਤੱਕ ਲਈ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ। ਕੈਮਰਾ ਪਰਸਨ ਅਮਨ ਨਾਲ ਮਨਪ੍ਰੀਤ ਕੌਰ, ਲਾਈਵ ਪੰਜਾਬੀ ਟੀਵੀ ਜਲੰਧਰ। ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ, ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਵ ਪੰਜਾਬੀ ਟੀਵੀ ਨੂੰ IPTV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।